ਹੈਲੋ ਫਰੈਂਡਸ, ਅੱਜ ਆਪਾਂ ਗੱਲ ਕਰਾਂਗੇ ਸਕਿਲਡ ਵਰਕਰ ਇਨ ਮੈਨੀਟੋਬਾ। ਬਹੁਤ ਹੀ ਵਧੀਆ ਪਾਥਵੇ ਹੈਗਾ ਹੈ ਤੇ ਜਿਵੇਂ ਨਾਂ ਦੱਸਦਾ ਹੈ ਕਿ ਤੁਸੀਂ ਕੰਮ ਕੀਤਾ ਹੋਣਾ ਚਾਹੀਦਾ ਮੈਨੀਟੋਬਾ ਘੱਟੋ ਘੱਟ 6 ਮਹੀਨੇ ਤੇ ਉਸੇ EMPLOYER ਨੇ ਹੀ ਤੁਹਾਨੂੰ ਜੌਬ ਆਫਰ ਦਿੱਤੀ ਹੋਣੀ ਚਾਹੀਦੀ ਹੈ। ਇਹਦੇ 'ਚ ਵੀ ਅੱਗੇ ਦੋ ਕੈਟੇਗਰੀਜ਼ ਹੈਗੀਆਂ, ਆਪਾਂ ਉਹਦੀ ਗੱਲ ਕਰਾਂਗੇ। ਤੇ ਈਵਨ ਜਿਹੜੇ ਸਟੂਡੈਂਟਸ ਜਿਨ੍ਹਾਂ ਨੇ ਆਊਟਸਾਈਡ ਮੈਨੀਟੋਬਾ ਪੜ੍ਹਾਈ ਕੀਤੀ ਹੈ ਉਹ ਵੀ ਐਲੀਜੀਬਲ ਹੋ ਸਕਦੇ ਹੈਗੇ, ਪਰ ਉਹਦੀ ਥੋੜੀ ਰਿਕੁਆਇਰਮੈਂਟ ਡਿਫਰੈਂਟ ਹੈ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਆਪਾਂ ਗੱਲ ਕਰਾਂਗੇ। ਐਲੀਜੀਬਿਲਿਟੀ ਦੀ, ਐਕਸਪ੍ਰੈਸ਼ਨ ਆਫ ਇੰਟਰਸਟ ਕਿੱਦਾਂ ਕ੍ਰੀਏਟ ਕਰਨਾ ਹੈਗਾ ਹੈ, ਕੀ ਸਕੋਰਿੰਗ ਫੈਕਟਰਸ ਹੈਗੇ ਹੈ, ਕਿਸ ਬੇਸ ਤੇ ਡਰਾਅ ਆਉਂਦੇ ਹੈਗੇ ਹੈ। ਸੋ ਉਹ ਸਾਰੀ ਚੀਜ਼ਾਂ ਦੀ ਆਪਾਂ ਗੱਲ ਕਰਾਂਗੇ। ਤੇ ਬਿਫੋਰ ਦੈਟ ਲੈਟ ਮੀ ਇੰਟਰੋਡਿਊਸ ਮਾਈ ਸੈਲਫ। ਮੇਰਾ ਨਾਮ ਹੈ ਦਿਲ ਸੰਧੂ ਤੇ ਮੈਂ CICC ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਬੇਸਡ ਆਊਟ ਆਫ ontario ਕੈਨੇਡਾ। ਤੇ ਮੈਂ ਕਾਫੀ ਸਾਰੀ ਵੀਡੀਓਜ਼ ਆਪਣੇ YouTube ਚੈਨਲ ਤੇ ਬਣਾਈਆਂ ਔਨ ਇਮੀਗ੍ਰੇਸ਼ਨ ਪਾਥਵੇਜ਼, ਚਾਹੇ ਉਹ ਅਲਬਰਟਾ ਦਾ ਹੋਏ, ਨੋਵਾ ਸਕੋਸ਼ੀਆ, ਨਿਊ ਬ੍ਰਿੰਸਵਿਕ, ਨਿਊ ਫਿਨਲੈਂਡ, ਬ੍ਰਿਟਿਸ਼ ਕੋਲੰਬੀਆ, ontario ਹੋਇਆ, ਸਸਕੈਚੁਅਨ ਹੋਇਆ, ਈਵਨ ਮੈਨੀਟੋਬਾ। ਸੋ ਡੂ ਚੈੱਕ ਇਟ ਆਊਟ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ, ਕਿਉਂਕਿ ਮੈਂ ਰੈਗੂਲਰਲੀ ਨਵੀਆਂ ਵੀਡੀਓਜ਼ ਪੋਸਟ ਕਰਦਾ ਰਹਿੰਦਾ ਐਂਡ ਯੂ ਵਿਲ ਫਾਈਂਡ ਇਟ ਵੈਲਿਊਏਬਲ। ਸੋ ਵਿਦਆਊਟ ਐਨੀ ਫਰਦਰ ਡੂ ਲੈਟਸ ਡਾਈਵ ਇਨਟੂ ਟੁਡੇਜ਼ ਪ੍ਰੈਜੈਂਟੇਸ਼ਨ। ਹੁਣ ਆਪਾਂ ਗੱਲ ਕਰਦੇ ਹਾਂ ਮੈਨੀਟੋਬਾ PNP ਸਕਿਲਡ ਵਰਕਰ ਇਨ ਮੈਨੀਟੋਬਾ pathway ਦੀ। ਸਭ ਤੋਂ ਪਹਿਲਾਂ ਓਵਰਵਿਊ। ਟੂ ਅਪਲਾਈ ਇਨ ਸਕਿਲਡ ਵਰਕਰ ਇਨ ਮੈਨੀਟੋਬਾ ਯੂ ਮਸਟ ਡੈਮੋਨਸਟ੍ਰੇਟ ongoing employment as your established connection to Manitoba। ਤੇ ਤੁਹਾਡੀ ਜਿਹੜੀ ongoing employment ਆ ਉਹ ਸਭ ਤੋਂ ਮੇਨ ਚੀਜ਼ ਹੈਗੀ ਆ ਜਿਹੜਾ ਤੁਹਾਨੂੰ ਕਨੈਕਸ਼ਨ ਐਸਟੈਬਲਿਸ਼ ਕਰਦੀ ਹੈ। ਤੇ ਉਹਦਾ ਅੱਗੇ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਕਿ ongoing Manitoba employment ਦਾ ਕੀ ਮਤਲਬ ਆ। ਮੀਨਸ that you possess a valid work permit। ਤੁਹਾਡੇ ਕੋਲ ਵੈਲਿਡ ਵਰਕ ਪਰਮਿਟ ਹੋਣਾ ਚਾਹੀਦਾ ਤੇ ਮੈਨੀਟੋਬਾ ਦੀ ਕੰਪਨੀ ਨੇ ਤੁਹਾਨੂੰ ਫੁੱਲ ਟਾਈਮ ਲੌਂਗ ਟਰਮ ਜੌਬ ਦਿੱਤੀ ਹੈ ਆਫਟਰ ਕੰਪਲੀਟਿੰਗ at least 6 months continuous full-time employment with that a company as either a temporary foreign worker ਜਾਂ ਫਿਰ ਇੰਟਰਨੈਸ਼ਨਲ ਸਟੂਡੈਂਟ ਵਰਕਿੰਗ ਗ੍ਰੈਜੂਏਟ, ਮਤਲਬ ਕਿ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੋਣੇ ਚਾਹੀਦੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕੁਆਲੀਫਾਈਂਗ ਇੰਪਲੋਇਮੈਂਟ ਦੀ, ਕਿ ਕਿਹੜੀ ਜਿਹੜੀ ਇੰਪਲੋਇਮੈਂਟ ਆ ਕੁਆਲੀਫਾਈ ਕਰਦੀ ਹੈ। ਸਭ ਤੋਂ ਪਹਿਲਾਂ ਉਹ ਇੰਪਲੋਇਰ ਦੀ ਗੱਲ ਕਰਦੇ ਹਾਂ ਕਿ ਜਿਹੜਾ ਇੰਪਲੋਇਰ ਹੈਗਾ ਇਟ ਹੈਜ਼ ਟੂ ਬੀ ਬੇਸਡ ਇਨ ਮੈਨੀਟੋਬਾ। ਤੇ ਜਿਹੜਾ ਇੰਪਲੋਇਰ ਸ਼ੁੱਡ ਹੈਵ ਅਬਿਲਿਟੀ ਟੂ ਆਫਰ ਯੂ ਫੁੱਲ ਟਾਈਮ ਐਂਡ ਲੌਂਗ ਟਰਮ ਇੰਪਲੋਇਮੈਂਟ। ਕਿਉਂਕਿ ਇੱਕ ਚੀਜ਼ ਦਾ ਧਿਆਨ ਰੱਖੋ, ਕਈ ਵਾਰ ਆਪਾਂ ਇੰਪਲੋਇਰ ਐਸੇ ਨਾਲ ਕੰਮ ਕਰਦੇ ਹਾਂ ਕਿ ਜਿਹੜਾ ਕਈ ਵਾਰੀ ਉਹ ਬੈਂਕਰਪਟ ਹੋ ਜਾਂਦਾ ਜਾਂ ਉਹਦਾ ਬਿਜ਼ਨਸ ਹੀ ਨਹੀਂ ਅਫੋਰਡ ਨਹੀਂ ਕਰ ਪਾਉਂਦਾ, ਫਿਰ ਪੇ ਵੀ ਨਹੀਂ ਕਰ ਪਾਉਂਦਾ ਤੁਹਾਨੂੰ। ਸੋ ਮੇਕ ਸ਼ੋਰ ਕਿ ਯੂ ਚੂਜ਼ ਦਾ ਰਾਈਟ ਇੰਪਲੋਇਰ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕੋਈ ਵੀ ਸੈਲਫ ਇੰਪਲੋਇਡ, ਅਨਆਥੋਰਾਈਜ਼ਡ ਵਰਕ ਜਾਂ ਜਿਹੜੀ ਵੀ ਇੰਪਲੋਇਮੈਂਟ ਡਿਊਰਿੰਗ ਫੁੱਲ ਟਾਈਮ ਸਟੱਡੀ ਅਕਾਊਂਟ ਨਹੀਂ ਹੁੰਦੀ। ਤੇ ਨਾ ਹੀ ਸੈਲਫ ਇੰਪਲੋਇਡ ਇੰਡੀਵਿਜੂਅਲਸ, ਬਿਜ਼ਨਸ ਓਨਰਸ, ਓਨਰ ਆਪਰੇਟਰਸ ਐਂਡ ਇੰਡੀਵਿਜੂਅਲਸ ਪ੍ਰੋਵਾਈਡਿੰਗ ਸਰਵਿਸਿਜ਼ ਐਜ਼ independent contractors to the business supporting their application are not eligible to apply in this stream। ਸੋ ਇਹ ਸਾਰੇ ਜਿਹੜੇ ਹੈਗੇ ਆ ਐਲੀਜੀਬਲ ਨਹੀਂ ਅਪਲਾਈ ਕਰਨ। ਹੁਣ ਆਪਾਂ ਗੱਲ ਕਰਦੇ ਹਾਂ ਰਿਕੁਆਇਰਮੈਂਟਸ ਫॉर ਇੰਟਰਨੈਸ਼ਨਲ ਸਟੂਡੈਂਟਸ ਫਰਮ ਅਦਰ ਪ੍ਰੋਵਿੰਸ। ਆਪਾਂ ਇਸ ਤੋਂ ਬਾਅਦ ਡਿਟੇਲ 'ਚ ਗੱਲ ਕਰਾਂਗੇ ਟੈਂਪਰੇਰੀ ਫੋਰਨ ਵਰਕਰ ਦੀ ਤੇ ਇੰਟਰਨੈਸ਼ਨਲ ਸਟੂਡੈਂਟਸ ਫਰਮ ਮੈਨੀਟੋਬਾ ਪ੍ਰੋਵਿੰਸ। ਪਰ ਬਿਫੋਰ ਦੈਟ ਲੈਟਸ ਲੁੱਕ ਇਨਟੂ ਰਿਕੁਆਇਰਮੈਂਟਸ ਫॉर ਇੰਟਰਨੈਸ਼ਨਲ ਸਟੂਡੈਂਟਸ ਫਰਮ ਅਦਰ ਪ੍ਰੋਵਿੰਸ। ਜੇ ਤੁਸੀਂ ਕਿਸੇ ਹੋਰ ਪ੍ਰੋਵਿੰਸ ਦੇ ਕੈਨੇਡਾ 'ਚੋਂ ਪੜ੍ਹਾਈ ਕੀਤੀ ਤਾਂ ਤੁਹਾਡੀ ਕੀ ਰਿਕੁਆਇਰਮੈਂਟ ਹੈਗੀ ਹੈ। ਜਿਵੇਂ ਕਿ ਤੁਹਾਨੂੰ ਯਾਦ ਹੋਊਗਾ ਕਿ ਬਾਕੀਆਂ ਲਈ 6 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਸੀਗਾ ਇਨ ਮੈਨੀਟੋਬਾ ਵਿਦ ਦਾ ਇੰਪਲੋਇਰ ਜਿਹੜਾ ਤੁਹਾਨੂੰ ਜੌਬ ਆਫਰ ਦਿੰਦਾ ਹੈ। ਇਸ ਕੇਸ 'ਚ ਕੀ ਹੈ, ਉਹ ਕਹਿੰਦੇ ਇਫ ਯੂ ਹੈਵ ਗ੍ਰੈਜੂਏਟਿਡ from a post-secondary program in another Canadian province and want to apply to the skilled worker in Manitoba pathway because you have been offered a job in Manitoba to be eligible, ਪਹਿਲਾਂ ਤੁਹਾਨੂੰ ਉਸ ਇੰਪਲੋਇਰ ਨਾਲ ਘੱਟੋ ਘੱਟ 1 ਸਾਲ ਕੰਮ ਕਰਨਾ ਪਊਗਾ। ਵੇਅਰਐਜ਼ ਅਗਰ ਇਹੀ ਜੇ ਸਟੂਡੈਂਟ ਮੈਨੀਟੋਬਾ ਤੋਂ ਪੜ੍ਹਾਈ ਕੀਤੀ ਹੁੰਦੀ ਤਾਂ ਉਹਨੂੰ 6 ਮਹੀਨੇ ਕੰਮ ਕਰਨਾ ਪੈਂਦਾ। ਸੋ ਇੱਕ ਮੇਜਰ ਡਿਫਰੈਂਸ ਹੈਗਾ। ਹੁਣ ਆਪਾਂ ਗੱਲ ਕਰਦੇ ਹਾਂ ਟੈਂਪਰੇਰੀ ਫੋਰਨ ਵਰਕਰ ਕੰਡੀਸ਼ਨਸ। ਜਿਹੜਾ ਇੱਕ ਕੈਟੇਗਰੀ ਟੈਂਪਰੇਰੀ ਫੋਰਨ ਵਰਕਰਸ ਦੀ, ਉਹਨਾਂ ਦੀ ਕੀ ਕੰਡੀਸ਼ਨ ਹੈ। ਸਭ ਤੋਂ ਪਹਿਲਾਂ ਕੀ ਹੈ, ਆਫਰ ਆਫ ਲੌਂਗ ਟਰਮ ਇੰਪਲੋਇਮੈਂਟ ਮਸਟ ਬੀ ਫਰਮ ਦਾ ਸੇਮ ਇੰਪਲੋਇਰ। ਜਿਸ ਇੰਪਲੋਇਰ ਨਾਲ ਤੁਸੀਂ ਕੰਮ ਕੀਤਾ 6 ਮਹੀਨੇ ਉਹੀ ਤੁਹਾਨੂੰ ਅੱਗੇ ਜੌਬ ਆਫਰ ਦਿੰਦਾ। ਤੁਸੀਂ ਸਾਰੇ ਕੁਆਲੀਫਿਕੇਸ਼ਨਸ ਮੀਟ ਕਰਨੀਆਂ ਚਾਹੀਦੀਆਂ ਐਸ ਫਾਰ ਐਜੂਕੇਸ਼ਨ ਟ੍ਰੇਨਿੰਗ ਕੰਸਰਨ ਹੈਗੀ ਹੈ ਉਸ ਪਾਰਟਿਕੂਲਰ ਜੌਬ ਨੂੰ ਫੁਲਫਿਲ ਕਰਨ ਲਈ। ਯੂ ਮਸਟ ਬੀ ਜੌਬ ਰੈਡੀ ਇੰਗਲਿਸ਼। ਤੇ ਇਹਨਾਂ ਨੇ ਕਿਤੇ ਇੱਕ ਮਿਨੀਮਮ ਕੱਟ ਆਫ ਨਹੀਂ ਦੱਸੀ, ਪਰ ਉਹ ਕਹਿ ਰਹੇ ਕਿ ਤੁਹਾਨੂੰ ਜੌਬ ਰੈਡੀ ਇੰਗਲਿਸ਼ ਜਾਂ ਫ੍ਰੈਂਚ ਤੁਹਾਨੂੰ ਹੋਣੀ ਚਾਹੀਦੀ ਹੈ ਜਿਹਦੇ ਨਾਲ ਤੁਸੀਂ ਆਪਣੀ ਡਿਊਟੀਜ਼ ਫੁਲਫਿਲ ਕਰ ਸਕਦੇ ਹੋ। ਤੁਹਾਡਾ ਜਿਹੜਾ ਕਨੈਕਸ਼ਨ ਹੈ ਟੂ ਮੈਨੀਟੋਬਾ ਥਰੂ ਇੰਪਲੋਇਮੈਂਟ ਮਸਟ ਬੀ ਸਟਰੋਂਗਰ ਦੈਨ ਯੋਰ ਟਾਈਜ਼ ਟੂ ਅਨਦਰ ਪ੍ਰੋਵਿੰਸ। ਬੇਸਿਕਲੀ ਮੈਨੀਟੋਬਾ ਨੂੰ ਟੈਨਸ਼ਨ ਹੈਗੀ ਕਿ ਵੀ ਜੇ ਅਸੀਂ ਇਹਨੂੰ PNP ਦੇ ਵੀ ਦਈਏ, ਇਹ ਨਾ ਹੋਏ ਕਿ ਵਾਪਸ ਚਲਾ ਜਾਏ। ਤਾਂ ਉਹ ਤੁਸੀਂ ਡਿਮੋਨਸਟ੍ਰੇਟ ਕਰਨਾ ਕਿ ਤੁਹਾਡਾ ਜਿਹੜਾ ਕਨੈਕਸ਼ਨ ਹੈ ਮੈਨੀਟੋਬਾ 'ਚ ਉਹ ਮਚ ਸਟਰੋਂਗਰ ਹੈ। ਲਾਸਟ ਬਟ ਨਾਟ ਦਾ ਲੀਸਟ ਉਹ ਇਹ ਕਹਿ ਰਹੇ ਆ ਕਿ ਯੂ ਨੀਡ ਟੂ ਡਿਮੋਨਸਟ੍ਰੇਟ ਇਨ ਯੋਰ ਸੈਟਲਮੈਂਟ ਪਲਾਨ ਕਿ ਤੁਹਾਡਾ ਕੀ ਆ ਪਲਾਨ, ਕਿ ਤੁਹਾਡੀ ਕਿਵੇਂ ਇੰਟੈਂਸ਼ਨ ਸਟੈਬਲਿਸ਼ ਕਰ ਰਹੇ ਹੋ ਕਿ ਤੁਸੀਂ ਮੈਨੀਟੋਬਾ 'ਚ ਹੀ ਪਰਮਾਨੈਂਟ ਰੈਜ਼ੀਡੈਂਟ ਸੈੱਟ ਹੋ ਜਾਓਗੇ। ਹੁਣ ਹੈਗੀ ਜਿਹੜੀ ਸੈਕੰਡ ਕੈਟੇਗਰੀ ਉਹ ਹੈਗੀ ਇੰਟਰਨੈਸ਼ਨਲ ਸਟੂਡੈਂਟਸ ਵਰਕਿੰਗ ਗ੍ਰੈਜੂਏਟਸ। ਇਹ ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਮੈਨੀਟੋਬਾ ਤੋਂ ਹੀ ਪੜ੍ਹਾਈ ਕੀਤੀ ਹੈ। ਓਨਲੀ ਗ੍ਰੈਜੂਏਟਸ ਆਫ ਮੈਨੀਟੋਬਾ ਪੋਸਟ ਸੈਕੰਡਰੀ ਐਜੂਕੇਸ਼ਨ ਇੰਸਟੀਟਿਊਸ਼ਨਸ ਆਰ ਕੰਸੀਡਰਡ। ਇਹਦੇ ਲਈ ਕੀ ਉਹਨਾਂ ਕੋਲ 6 ਮੰਥਸ ਦਾ ਕੰਟੀਨਿਊਸ ਫੁੱਲ ਟਾਈਮ ਐਕਸਪੀਰੀਅੰਸ ਹੋਣਾ ਚਾਹੀਦਾ ਔਨ ਅ ਵੈਲਿਡ ਪੋਸਟ ਗ੍ਰੈਜੂਏਟ ਵਰਕ ਪਰਮਿਟ। ਸੋ ਕੰਡੀਸ਼ਨਸ ਦੀ ਗੱਲ ਕਰ ਲੈਂਦੇ ਹਾਂ।
ਤੁਹਾਨੂੰ ਸਭ ਤੋਂ ਪਹਿਲਾਂ you must have attended an education or training at a public or registered private vocational or post-secondary institution in Manitoba. ਜਿਹੜੇ language program excluded ਆ, and your program should have been full time at least 1 year in duration. ਤੀਜੀ ਚੀਜ਼ ਹੈ ਕਿ ਤੁਸੀਂ ਜਿਹੜਾ ਆਪਣਾ ਪ੍ਰੋਗਰਾਮ ਹੈ ਪ੍ਰੋਪਰਲੀ ਉਹ ਕੰਪਲੀਟ ਕੀਤਾ ਹੈਗਾ, and you have been working continuously for at least 6 months for the same employer. ਉਸੇ employer ਨਾਲ ਤੁਸੀਂ 6 ਮਹੀਨੇ ਕੰਮ ਕੀਤਾ ਜਿਹਨੇ ਤੁਹਾਨੂੰ ਜੌਬ ਆਫਰ ਦਿੱਤੀ ਹੈ ਲੌਂਗ ਟਰਮ, ਤੇ ਤੁਹਾਡੇ ਕੋਲੇ ਵੈਲਿਡ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਣਾ ਚਾਹੀਦਾ। ਤੁਹਾਡਾ ਕਨੈਕਸ਼ਨ ਟੂ ਮੈਨੀਟੋਬਾ ਥਰੂ employment, ਜਿਹੜਾ ਤੁਹਾਡਾ employment ਨਾਲ ਕਨੈਕਸ਼ਨ ਹੈਗਾ, it has to be stronger than your ties to any other province. ਤੁਸੀਂ settlement plan ਬਣਾਉਣਾ ਹੈਗਾ, and you have all the qualifications and the language requirements to fulfill the duties of your job. ਹੁਣ ਆਪਾਂ ਗੱਲ ਕਰਦੇ ਕੌਣ ਨਹੀਂ ਅਪਲਾਈ ਕਰ ਸਕਦੇ, ਜਿਵੇਂ ਰਿਫਿਊਜੀ ਕਲੇਮਰਸ ਹੋ ਗਏ, ਲਿਵ ਇਨ ਕੇਅਰ ਗਿਵਰਸ ਕਰੰਟਲੀ ਲਿਵਿੰਗ ਇਨ ਕੈਨੇਡਾ, ਟੈਂਪਰੇਰੀ ਫੋਰਨ ਵਰਕਰਸ ਜਿਹੜੇ ਕੰਮ ਕਰ ਰਹੇ ਆ ਕਿਸੇ ਹੋਰ ਪ੍ਰੋਵਿੰਸ 'ਚ ਰਹਿ ਰਹੇ ਆ, ਸਪਾਊਸ ਆਫ ਕੈਨੇਡੀਅਨ ਸਿਟੀਜ਼ਨਸ ਔਰ ਪਰਮਾਨੈਂਟ ਰੈਜ਼ੀਡੈਂਟਸ, ਜਾਂ ਜਿਹੜੇ ਇੰਡੀਵਿਜੂਅਲਸ ਨੂੰ ਪਹਿਲਾਂ ਰਿਫਿਊਜ਼ ਕੀਤਾ ਉਹਨਾਂ ਨੇ ਪਿਛਲੇ 6 ਮਹੀਨਿਆਂ 'ਚ, ਤੇ ਉਹਨਾਂ ਕੋਲ ਕੋਈ ਉਹਨਾਂ ਨੇ ਐਡਰੈਸ ਨਹੀਂ ਕੀਤਾ ਰੀਜ਼ਨ ਰਿਫਿਊਜ਼ਲ ਦਾ, ਜਾਂ ਕੋਈ ਹੋਰ ਇੰਡੀਵਿਜੂਅਲ ਜਿਹਦੀ ਪਹਿਲਾਂ ਹੀ ਐਪਲੀਕੇਸ਼ਨ ਚੱਲ ਰਹੀ ਹੈ ਜਾਂ ਕਿਸੇ ਹੋਰ ਪ੍ਰੋਵਿੰਸ ਜਾਂ ਫੈਡਰਲ ਪ੍ਰੋਗਰਾਮ ਦੇ ਵਿੱਚ, ਉਹ ਸਾਰੇ ਐਲੀਜੀਬਲ ਨਹੀਂ ਆ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਸੈਸ ਟੂ ਅਪਲਾਈ। ਸੋ ਪਹਿਲਾ ਸਟੈਪ ਕੀ ਹੈ ਕਿ ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰਨਾ ਹੈ, ਤੁਸੀਂ ਇੱਕ ਤਰ੍ਹਾਂ ਦੀ ਪ੍ਰੀ ਐਪਲੀਕੇਸ਼ਨ ਹੈ। ਫਿਰ ਜੇ ਤੁਹਾਡਾ ਡਰਾਅ 'ਚ ਨੰਬਰ ਆ ਜਾਂਦਾ, ਤੁਹਾਨੂੰ ਇਨਵੀਟੇਸ਼ਨ ਆਉਂਦਾ, ਉਹਨੂੰ ਇਹ ਕਹਿੰਦੇ ਆ ਲੈਟਰ ਆਫ ਐਡਵਾਈਸ ਟੂ ਅਪਲਾਈ। ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਐਪਲੀਕੇਸ਼ਨ ਸਬਮਿਟ ਕਰਨੀ ਆ, ਉਹ ਅਸੈਸ ਹੁੰਦੀ ਹੈ, ਜੇ ਤੁਸੀਂ ਸਕਸੈਸਫੁਲ ਹੋ ਗਏ ਤਾਂ ਤੁਹਾਨੂੰ ਨੋਮੀਨੇਸ਼ਨ ਮਿਲ ਜਾਂਦਾ। ਉਹ ਨੋਮੀਨੇਸ਼ਨ ਤੋਂ ਬਾਅਦ ਤੁਹਾਡੇ ਕੋਲ 6 ਮਹੀਨੇ ਹੁੰਦੇ ਆ, ਉਹਦੇ ਵਿੱਚ ਤੁਸੀਂ ਆਪਦੀ ਨੌਨ ਐਕਸਪ੍ਰੈਸ ਐਂਟਰੀ ਦੇ ਵਿੱਚ PR ਐਪਲੀਕੇਸ਼ਨ ਲਾਉਣੀ ਹੈਗੀ ਹੈ। ਨਾਓ ਲੈਟਸ ਟਾਕ ਅਬਾਊਟ ਹਾਊ ਟੂ ਸਬਮਿਟ ਐਨ ਐਕਸਪ੍ਰੈਸ਼ਨ ਆਫ ਇੰਟਰਸਟ। ਜਿਹੜਾ ਐਕਸਪ੍ਰੈਸ਼ਨ ਆਫ ਇੰਟਰਸਟ ਆ, ਤੁਸੀਂ ਪਹਿਲਾਂ MPNP ਜਿਹੜਾ ਆਨਲਾਈਨ ਪੋਰਟਲ ਹੈ ਉਹਦੇ ਵਿੱਚ ਜਾ ਕੇ ਆਪਣਾ ਅਕਾਊਂਟ ਕ੍ਰੀਏਟ ਕਰਨਾ। ਅਕਾਊਂਟ ਕ੍ਰੀਏਟ ਕਰਨ ਤੋਂ ਬਾਅਦ ਤੁਸੀਂ ਜੋ ਵੀ ਜਿਹੜੀਆਂ ਉੱਥੇ ਆਪਸ਼ਨਸ ਹੈਗੀਆਂ ਉਹ ਸਿਲੈਕਟ ਕਰੋ। ਬਹੁਤ ਸੌਖਾ ਹੈਗਾ, 2-3 ਪੇਜਸ ਦੇ ਹੀ ਫਾਰਮ ਹੈ, ਉਹ ਸਬਮਿਟ ਕਰੋਗੇ ਤੇ ਉਸ ਤੋਂ ਬਾਅਦ ਤੁਹਾਡਾ ਐਕਸਪ੍ਰੈਸ਼ਨ ਆਫ ਇੰਟਰਸਟ ਸਬਮਿਟ ਹੋ ਜਾਂਦਾ। ਤੇ ਜੇ ਉਹਨਾਂ ਨੂੰ ਪਸੰਦ ਆਇਆ ਤੁਹਾਡਾ ਪ੍ਰੋਫਾਈਲ, ਫਿਰ ਉਹ ਤੁਹਾਨੂੰ ਇਨਵੀਟੇਸ਼ਨ ਭੇਜਦੇ ਹੈਗੇ ਆ, ਰਾਈਟ। ਪਰ ਹੁਣ ਐਕਸਪ੍ਰੈਸ਼ਨ ਆਫ ਇੰਟਰਸਟ ਦੀ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਸਕੋਰਿੰਗ ਹੈਗੀ ਹੈ। ਸੋ ਕਿਹਨੂੰ ਇਨਵਾਈਟ ਕਰਦੇ ਆ, ਉਹ ਕਾਫੀ ਚੀਜ਼ਾਂ ਡਿਸਾਈਡ ਕਰਦੀਆਂ। ਸੋ ਕਈ ਵਾਰੀ ਜਨਰਲ ਡਰਾਅ ਵੀ ਹੋ ਸਕਦਾ ਹੈ, ਤੇ ਕਈ ਵਾਰੀ ਜਿਹੜਾ ਡਰਾਅ ਹੁੰਦਾ ਉਹ ਵੀ ਦੇਖਦੇ ਕਿ ਤੁਹਾਡਾ ਕਨੈਕਸ਼ਨ ਕਿਹੜਾ ਹੈ, ਕਿ ਵੀ ਤੁਹਾਡਾ ਕੋਈ ਕਲੋਜ਼ ਰਿਲੇਟਿਵ ਹੈਗਾ ਜਾਂ ਤੁਸੀਂ ਇੱਥੋਂ ਪੜ੍ਹਾਈ ਕੀਤੀ ਹੋਈ ਹੈ, ਉਹਨਾਂ ਰੀਜ਼ਨਸ ਕਰਕੇ ਵੀ ਉਹ ਇਨਵਾਈਟ ਕਰਦੇ ਹੈਗੇ ਆ। ਪਰ ਜੇ ਤੁਹਾਡਾ ਜ਼ਿਆਦਾ ਸਕੋਰ ਹੈ, ਤੁਹਾਡੇ ਚਾਂਸਸ ਜ਼ਿਆਦਾ ਵੱਧ ਜਾਂਦੇ ਆ। ਸੋ ਕਿੰਨੇ ਚੀਜ਼ਾਂ ਦਾ ਸਕੋਰ ਹੈਗੇ ਆ। ਸਭ ਤੋਂ ਪਹਿਲਾਂ ਹੈਗਾ ਲੈਂਗੁਏਜ ਪ੍ਰੋਫੀਸ਼ੀਐਂਸੀ, ਕਿ ਜੇ CLB 8 ਹੈ ਤਾਂ ਪਰ ਬੈਂਡ ਤੁਹਾਨੂੰ 25 ਪੁਆਇੰਟਸ ਮਿਲ ਜਾਣੇ ਆ। ਫਿਰ ਏਜ ਦੇ ਫੈਕਟਰਸ ਹੈ, ਜੇ 21 to 45 ਹੈ ਤਾਂ ਮੈਕਸਿਮਮ ਪੁਆਇੰਟਸ ਹੈ 75, ਰਾਈਟ। ਤੀਜਾ ਹੈਗਾ ਵਰਕ ਐਕਸਪੀਰੀਅੰਸ, ਅਗਰ ਤੁਹਾਡਾ ਐਕਸਪੀਰੀਅੰਸ 4 years ਐਂਡ ਮੋਰ ਹੈ ਤਾਂ 75 ਪੁਆਇੰਟਸ ਹੈ, ਜੇ 1 ਸਾਲ ਦਾ ਤਾਂ 40 ਪੁਆਇੰਟਸ ਹੈ, ਜੇ 1 ਸਾਲ ਤੋਂ ਘੱਟ ਹੈ ਤਾਂ 0 ਪੁਆਇੰਟਸ ਹੈ। ਚੌਥਾ ਫੈਕਟਰ ਐਜੂਕੇਸ਼ਨ ਦਾ, ਕਿ ਮੋਸਟ ਜਿਹੜੇ ਸਟੂਡੈਂਟਸ ਆ ਉਹਨਾਂ ਨੇ 1 ਜਾਂ 2 year ਦਾ ਡਿਪਲੋਮਾ ਕੀਤਾ ਹੁੰਦਾ, ਜੇ 2 years ਹੈ ਤਾਂ 100 ਪੁਆਇੰਟਸ ਹੈ, ਜੇ ਮਾਸਟਰਸ ਕੀਤੀ ਹੈ ਤਾਂ 125 ਪੁਆਇੰਟਸ ਹੈ। ਫਿਰ ਹੈ ਅਡੈਪਟੇਬਿਲਿਟੀ ਦੇ ਪੁਆਇੰਟਸ। ਹੁਣ ਇਹ ਹੈ ਕਨੈਕਸ਼ਨ, ਅਗਰ ਕਲੋਜ਼ ਰਿਲੇਟਿਵ ਇਨ ਮੈਨੀਟੋਬਾ ਤਾਂ 200 ਪੁਆਇੰਟਸ ਹੈ, ਪ੍ਰੀਵੀਅਸ ਵਰਕ ਐਕਸਪੀਰੀਅੰਸ ਇਨ ਮੈਨੀਟੋਬਾ 6 months or more ਤਾਂ 100 ਹੈ। ਇਹ ਤਾਂ ਹਰੇਕ ਨੂੰ ਮਿਲਣਾ ਹੀ ਹੈ, ਕਿਉਂਕਿ the minimum requirement is anyway you have to have worked 6 months, right? Completed post secondary program in Manitoba 100 points ਹੈ, ਤੇ close friend or distant relative 50 points ਹੈ। completed post secondary program 1 year 50 points ਹੈ। ਫਿਰ ਹੈ Manitoba demand, ਅਗਰ online employment in Manitoba for 6 months or more with long term job offer from the same employer ਤਾਂ 500 points ਹੈ। I'm assuming ਕਿ ਹਰੇਕ ਨੂੰ 500 points ਤਾਂ ਮਿਲਣੇ ਹੀ ਮਿਲਣੇ ਇਹਦੇ ਵਿੱਚ, ਰਾਈਟ। ਸੋ ਇਸ ਜਿਹੜਾ ਪਾਰਟਿਕੂਲਰ ਫੈਕਟਰ ਅਡੈਪਟੇਬਿਲਿਟੀ, ਜਿਹਦੇ ਵੈਸੇ ਵੀ ਮੈਕਸਿਮਮ ਪੁਆਇੰਟਸ 500 ਹੀ ਆ। ਫਿਰ ਹੈ ਰਿਸਕ ਅਸੈਸਮੈਂਟ, ਜੇ ਤੁਸੀਂ ਤੁਹਾਡਾ ਵਰਕ ਐਕਸਪੀਰੀਅੰਸ ਕਿਸੇ ਹੋਰ ਪ੍ਰੋਵਿੰਸ 'ਚ ਹੈ, ਰਾਈਟ, ਤਾਂ -100 ਪੁਆਇੰਟਸ ਉਹਦੇ ਕੱਟ ਜਾਣਗੇ। ਜੇ ਤੁਸੀਂ ਪੜ੍ਹਾਈ ਵੀ ਕੀਤੀ ਹੋਈ ਕਿਸੇ ਹੋਰ ਪ੍ਰੋਵਿੰਸ ਤੋਂ ਤਾਂ -100 ਪੁਆਇੰਟਸ ਉਹ ਵੀ ਹੈ। ਤਾਂ ਉਹ ਰਿਸਕ ਫੈਕਟਰ -200 ਹੈਗੇ ਆ, ਰਾਈਟ। ਤਾਂ ਇਹ ਤੁਹਾਨੂੰ ਜਿਹੜਾ ਸਕੋਰ ਆਉਣਾ ਹੈ ਆਊਟ ਆਫ 1000 ਆਉਣਾ ਹੈ। ਜਿਹਦਾ ਜ਼ਿਆਦਾ ਸਕੋਰ ਹੈ ਉਹਦੇ ਜ਼ਿਆਦਾ ਚਾਂਸਿਸ ਹੈ। ਪਲੱਸ ਕਈ ਵਾਰੀ ਉਹ ਡਰਾਅ ਜਿਹੜਾ ਕੱਢਦੇ ਹੈਗੇ ਆ, ਉਹਦੇ 'ਚ ਹੋਰ ਫੈਕਟਰਸ ਵੀ ਹੁੰਦੇ ਆ। ਉਹ ਆਪਾਂ ਹੁਣ ਨੈਕਸਟ ਜਿਹੜੀ ਸਲਾਈਡ ਆ ਉਹਦੇ 'ਚ ਡਿਸਕਸ ਕਰਦੇ ਹਾਂ। ਮੈਂ ਅਗਰ ਜਿਹੜੇ ਪ੍ਰੀਵੀਅਸ ਜਿਹੜੇ ਡਰਾਅਜ਼ ਆਏ ਆ ਉਹਨਾਂ ਨੂੰ ਐਨਾਲਾਈਜ਼ ਕੀਤਾ ਕਿ ਜਿਹੜਾ ਸਮ ਆਫ ਦਾ ਕ੍ਰਾਈਟੇਰੀਆ ਉਹ ਯੂਜ਼ ਕਰਦੇ ਆ। ਕਈ ਵਾਰੀ ਉਹ ਡਰਾਅ ਕੱਢਦੇ ਆ ਫॉर ਦੋਜ਼ ਜਿਨ੍ਹਾਂ ਨੇ ਕੰਪਲੀਟ ਕੀਤੀ ਆਪਣੀ ਪੋਸਟ ਸੈਕੰਡਰੀ ਸਟੱਡੀ ਇਨ ਮੈਨੀਟੋਬਾ। ਕਈ ਵਾਰੀ ਆਲ ਐਲੀਜੀਬਲ ਪ੍ਰੋਫਾਈਲਸ ਉਹ ਕੰਸੀਡਰ ਕਰਦੇ, ਉਹਨੂੰ ਆਪਾਂ ਜਨਰਲ ਡਰਾਅ ਕਹਿ ਸਕਦੇ ਹਾਂ। ਕਈ ਵਾਰੀ ਉਹ ਉਹਨਾਂ ਨੂੰ ਇਨਵਾਈਟ ਕਰਦੇ ਜਿਨ੍ਹਾਂ ਦੇ ਕਲੋਜ਼ ਰਿਲੇਟਿਵ ਹੈਗੇ ਆ ਇਨ ਮੈਨੀਟੋਬਾ। ਕਈ ਵਾਰੀ ਆਕੂਪੇਸ਼ਨ ਸਪੈਸੀਫਿਕ ਵੀ ਸਿਲੈਕਸ਼ਨ ਕਰਦੇ ਕਿ ਜੇ ਪਾਰਟਿਕੂਲਰ ਜਿਹੜੇ ਨੌਕਸ ਹੈਗੇ ਉਹਨਾਂ ਨੂੰ ਸਿਲੈਕਟ ਕਰਦੇ, ਜਾਂ ਫਿਰ ਉਹ ਸਿਲੈਕਟ ਕਰਦੇ ਆ ਰੀਜਨ ਸਪੈਸੀਫਿਕ ਸਿਲੈਕਸ਼ਨ। ਜੇ ਫॉर ਐਗਜ਼ਾਮਪਲ ਕੋਈ ਕਹਿੰਦਾ ਕਿ ਜੀ ਮੇਰੀ ਇੰਟੈਂਸ਼ਨ ਹੈ ਟੂ ਰਿਸਾਈਡ ਆਊਟ ਆਫ ਦਾ ਮੈਟਰੋਪੋਲੀਟਨ ਏਰੀਆ ਆਫ ਵਿਨੀਪੈਗ, ਤਾਂ ਉਹਦੇ 'ਚ ਵੀ ਉਹ ਇਨਵਾਈਟ ਕਰ ਸਕਦੇ ਹੈਗੇ ਆ, ਰਾਈਟ। So if you need my help, my contact information is 437-848-7200.
you can visit my website at www.dilimmigration.com and book an appointment. So appointments ਜਿਹੜੀਆਂ available ਹੁੰਦੀਆਂ ਉਹ future dates ਦੀਆਂ ਹੁੰਦੀਆਂ. So if you want to have a same day appointment ਜਾਂ ਤੁਹਾਨੂੰ ਕੋਈ time suit ਨਹੀਂ ਕਰਦਾ, reach out to me. I should be able to accommodate at no extra cost. ਮੇਰਾ YouTube handle ਹੈ @Dil Sandhu Talks. ਜਿਵੇਂ ਕਿ ਮੈਂ ਦੱਸਿਆ ਕਿ ਕਾਫੀ ਮੈਂ videos ਬਣਾਈਆਂ ਹੈਗੀਆਂ. I hope you like this video as well. Please do like and subscribe to the channel and hit the bell icon so that you're notified every time I create a new video. So thank you so much and wish you all the very best for the Canadian journey.